ਅੱਜ ਦੀ ਵੀਡੀਓ ਦੇ ਵਿੱਚ ਦੋ ਅਜਿਹੀਆਂ ਕੰਪਨੀਆਂ ਜਿਨ੍ਹਾਂ ਤੋਂ ਮੈਨੂੰ ਹਰ ਮਹੀਨੇ ਪੈਸਿਵ ਇਨਕਮ ਆਏਗੀ, ਜੋ ਕਿ ਡਿਵੀਡੈਂਡ ਪੇ ਕਰਦੀਆਂ, ਕਾਫੀ ਹਾਈ ਲੈਵਲ ਤੱਕ ਡਿਵੀਡੈਂਡ ਪੇ ਕਰਦੀਆਂ ਤੇ ਹਰ ਮਹੀਨੇ ਪੇ ਕਰਦੀਆਂ। ਇਸ ਦਾ ਮਤਲਬ ਇਹ ਕਿ ਇਹ ਦੋ ਕੰਪਨੀਆਂ ਦੇ ਵਿੱਚ ਜੇ ਮੈਂ ਪੈਸਾ ਲਗਾਵਾਂਗਾ ਤੇ ਹਰ ਮਹੀਨੇ ਮੈਨੂੰ 100-150 ਯੂਰੋ ਹਰ ਮਹੀਨੇ ਡਿਵੀਡੈਂਡ ਦੇ ਰੂਪ ਵਿੱਚ ਆਏਗਾ। ਤੇ ਦੋਨੇ ਕੰਪਨੀਆਂ ਬਹੁਤ ਸਟੈਬਲਿਸ਼ ਕੰਪਨੀਆਂ ਨੇ ਤੇ ਮੈਨੂੰ ਤੇ ਇਹਦੇ ਵਿੱਚ ਹਰ ਇੱਕ ਬੰਦੇ ਨੂੰ ਯਕੀਨ ਆ ਤੇ ਬਹੁਤ ਸਾਰੇ ਲੋਕਾਂ ਨੇ ਡਿਵੀਡੈਂਡ ਪੇਇੰਗ ਕੰਪਨੀਆਂ ਦੇ ਵਿੱਚ ਇਸ ਕੰਪਨੀ ਨੂੰ ਚੂਜ਼ ਜ਼ਰੂਰ ਕੀਤਾ ਹੋਇਆ। ਇਹ ਦੋ ਕੰਪਨੀਆਂ ਦੇ ਬਾਰੇ ਅੱਜ ਗੱਲ ਕਰਾਂਗੇ ਤੇ ਇਹਨਾਂ ਦੇ ਵਿੱਚ ਮੈਂ ਫਿਊਚਰ 'ਚ ਪੈਸੇ ਇਨਵੈਸਟ ਕਰਨ ਜਾ ਰਿਹਾ, ਕਿਉਂਕਿ ਇਹਨਾਂ ਤੋਂ ਮੈਨੂੰ ਹਰ ਮਹੀਨੇ ਪੈਸਿਵ ਇਨਕਮ ਆਏਗੀ, ਜਿਸ ਦੇ ਨਾਲ ਮੇਰਾ ਆਪਣਾ ਸਟਾਕ ਮਾਰਕੀਟ ਦੇ ਵਿੱਚ ਪੈਸੇ ਵਧਾਉਣ ਦਾ ਤੇ ਸਟਾਕ ਨੂੰ ਗਰੋ ਕਰਨ ਦਾ ਬੜਾ ਬੈਨੀਫਿਟ ਹੋਵੇਗਾ। ਆਜੋ ਗੱਲ ਕਰਦੇ ਹਾਂ। ਆ ਸਾਰੀ ਮੇਰੀ ਵਾਚ ਲਿਸਟ ਦੇ ਵਿੱਚ ਆ। ਇਹਨਾਂ ਦੇ ਵਿੱਚ ਤੁਸੀਂ ਜੋ ਵੀ ਕੰਪਨੀਆਂ ਦੇਖਦੇ ਹੋ ਉਹ ਮੈਂ ਡੇ ਟ੍ਰੇਡਿੰਗ ਦੇ ਲਈ ਜ਼ਿਆਦਾ ਚੂਜ਼ ਕਰਦਾ ਜਾਂ ਦੇਖਦਾ ਰਹਿਣਾ ਕਿਹੜੇ ਸਟਾਕਸ ਉੱਤੇ ਜਾਂਦੇ ਆ, ਜਿਹੜੇ ਨਹੀਂ ਜਾਂਦੇ। ਇਸ ਤਰ੍ਹਾਂ ਦੀ ਸਰਚ ਕਰਕੇ ਦੇਖਦਾ ਰਹਿਣਾ, ਜਾਂ ਅਲੱਗ-ਅਲੱਗ ਸੈਕਟਰਸ ਦੇਖਦਾ ਰਹਿਣਾ, ਟੈਕ ਦੇ ਦੇਖਦਾ ਰਹਿਣਾ, ਹੈਲਥ ਦੇ ਦੇਖਦਾ ਰਹਿਣਾ। ਇਸ ਕਰਕੇ ਬਹੁਤ ਸਾਰੀਆਂ ਕੰਪਨੀਆਂ ਮੇਰੇ ਕੋਲ ਇਹਦੇ ਵਿੱਚ ਹੁੰਦੀਆਂ ਜਾਂ ETFs ਹੁੰਦੀਆਂ ਨੇ, ਜਿਨ੍ਹਾਂ ਦੇ ਬਾਰੇ ਵਿੱਚ ਮੈਂ ਰਿਸਰਚ ਕਰਦਾ ਰਹਿਣਾ, ਦੇਖਦਾ ਰਹਿਣਾ। ਅਤੇ ਉਹਨਾਂ ਦੇ ਵਿੱਚ ਜੇ ਮੈਂ ਡੇ ਟ੍ਰੇਡਿੰਗ ਦੇ ਵਗੈਰਾ ਕਰਨਾ ਹੋਵੇ, ਪ੍ਰੋਫਿਟ ਲੈਣਾ ਹੋਵੇ, ਅਤੇ ਉਸ ਤਰ੍ਹਾਂ ਮੈਂ ਲਗਾ ਕੇ ਪੈਸੇ ਕੱਢ ਲੈਂਦਾ। ਪਰ ਮੇਨ ਜਿਹੜੀਆਂ ਕੰਪਨੀਆਂ ਦੇ ਬਾਰੇ ਮੈਂ ਦੋਨਾਂ ਬਾਰੇ ਗੱਲ ਕਰਾਂਗਾ। ਸਭ ਤੋਂ ਪਹਿਲੀ ਹੈਗੀ ਆ ਮੇਨ ਸਟਰੀਟ ਕੈਪੀਟਲ। ਤੁਸੀਂ ਦੇਖ ਸਕਦੇ ਹੋ ਇੱਕ ਵੀਕ ਦੇ ਵਿੱਚ 3% ਉੱਤੇ, ਮੰਥ ਦੇ ਵਿੱਚ 12% ਉੱਤੇ, ਇੱਕ ਸਾਲ ਦੇ ਵਿੱਚ 76% ਉੱਤੇ। ਮਤਲਬ ਕਿ ਇਹ ਕਿੰਨੇ ਤੋਂ 17 ਯੂਰੋ ਤੋਂ ਸਟਾਰਟ ਹੋਇਆ ਸੀ, ਇਸ ਵੇਲੇ ਇਹਦਾ ਰੇਟ 32 ਯੂਰੋ ਹੋ ਗਿਆ। ਇੱਕ ਸਾਲ ਦੇ ਵਿੱਚ 76% ਪੈਸਾ ਅਬਵ ਹੋ ਗਿਆ। ਅਤੇ ਮੇਨ ਮੈਂ ਥੱਲੇ ਜਾ ਕੇ ਦਿਖਾਦਾ, ਤੁਸੀਂ ਦੇਖ ਸਕਦੇ ਹੋ ਡਿਵੀਡੈਂਡ ਪਰ ਸ਼ੇਅਰ ਇਹ 17 ਸੈਂਟ ਦਿੰਦੀ ਆ। ਜੇ ਤੁਸੀਂ ਇੱਕ ਸ਼ੇਅਰ ਇਹਨਾਂ ਦਾ ਲਾਉਂਗੇ, ਹੋਲਡ ਕਰੋਗੇ ਉਸਨੂੰ, ਅਤੇ 1 ਮਹੀਨੇ ਬਾਅਦ ਤੁਹਾਨੂੰ 17 ਸੈਂਟ ਆਉਣਗੇ। ਜੇ ਤੁਸੀਂ 100 ਸ਼ੇਅਰ ਲਾਉਂਗੇ ਅਤੇ ਉਹ 17 ਯੂਰੋ। ਜੇ ਹੋਰ ਜਿੰਨੇ ਵੀ ਤੁਸੀਂ ਸਟਾਕ ਕਰੋਗੇ ਉਸਨੂੰ ਤੁਸੀਂ ਉਸ ਨਾਲ ਗੁਣਾ ਕਰ ਸਕਦੇ ਆ 17 ਸੈਂਟ ਨਾਲ, ਅਤੇ ਉਨਾ ਤੁਹਾਨੂੰ ਹਰ ਮਹੀਨੇ ਡਿਵੀਡੈਂਡ ਆਏਗਾ 21 ਤਰੀਕ ਨੂੰ। ਅਤੇ ਇਹ ਤੁਹਾਡੀ ਪੈਸਿਵ ਇਨਕਮ ਹੋਏਗੀ, ਜਿਹੜੀ ਕਿ ਤੁਹਾਨੂੰ ਹਰ ਮਹੀਨੇ ਆਏਗੀ। ਉਸ ਤੋਂ ਬਾਅਦ ਜਿਹੜਾ ਸਟਾਕ ਆ ਹਮੇਸ਼ਾ ਗਰੋ ਕਰੇਗਾ। ਅੱਜ 32 ਤੇ ਆ, ਕੱਲ੍ਹ ਨੂੰ 33 ਹੋ ਸਕਦਾ, 35 ਹੋ ਸਕਦਾ। ਤੁਹਾਡੇ ਸਟਾਕਸ ਜਿਹੜੇ ਉਹ ਹੋਲਡ 'ਤੇ ਰਹਿਣਗੇ, ਤੁਹਾਡਾ ਪੈਸਾ ਇੱਥੇ ਗਰੋ ਹੁੰਦਾ ਰਹੇਗਾ। ਪਰ ਡਿਵੀਡੈਂਡ ਦੇ ਰੂਪ ਦੇ ਵਿੱਚ ਤੁਹਾਨੂੰ ਹਰ ਮਹੀਨੇ ਇਨਕਮ ਆਉਂਦੀ ਰਹੇਗੀ। ਉਸ ਨਾਲ ਤੁਹਾਡਾ ਜਿਹੜਾ ਆ ਡਿਪੋਟ ਵੀ ਗਰੋਥ ਹੋਏਗਾ। ਤੁਹਾਨੂੰ ਹਰ ਮਹੀਨੇ ਜਿਹੜਾ ਡਿਵੀਡੈਂਡ ਆਏਗਾ ਉਸ ਦੇ ਨਾਲ ਤੁਹਾਡਾ ਜਿਹੜਾ ਅਕਾਊਂਟ ਦੇ ਵਿੱਚ ਪੈਸਾ ਵੀ ਵਧੇਗਾ, ਅਤੇ ਤੁਹਾਡੇ ਸਟਾਕ ਦੇ ਨਾਲ ਤੁਹਾਡੀ ਸਟਾਕ ਦੀ ਵੈਲਿਊ ਵੀ ਵਧੇਗੀ, ਰੇਟ ਵੀ ਵਧੇਗਾ। ਅਤੇ ਸਟਾਕਸ ਦਾ ਰੇਟ ਜਦੋਂ ਵੱਧ ਗਿਆ, ਤੁਸੀਂ ਉਸ ਦੇ ਵਿੱਚ ਵੀ ਪ੍ਰੋਫਿਟ 'ਚ ਜਾਓਗੇ ਅਤੇ ਡਿਵੀਡੈਂਡ ਦੇ ਨਾਲ ਵੀ ਪ੍ਰੋਫਿਟ ਦੇ ਵਿੱਚ ਜਾਓਗੇ। ਇਹ ਪਹਿਲੀ ਕੰਪਨੀ ਆ ਜਿਹੜੀ ਮੈਂ ਖਰੀਦਣ ਜਾ ਰਿਹਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਲੱਖਾਂ ਹਜ਼ਾਰਾਂ ਲੋਕਾਂ ਨੇ ਇਹਦੇ ਵਿੱਚ ਡਿਵੀਡੈਂਡ ਪੇਇੰਗ ਦੇ ਕਰਕੇ ਪੈਸਾ ਲਗਾਇਆ ਹੋਇਆ। ਅਤੇ ਕੰਪਨੀ ਇਸ ਤਰ੍ਹਾਂ ਹੁੰਦੀ ਹੈ, ਹਾਈ ਸਟਾਕ ਨਹੀਂ ਹੈਗੀ ਜਿਸ ਤਰ੍ਹਾਂ ਕਿ ਹਾਈ ਸਟਾਕ ਕੰਪਨੀਆਂ ਹੈਗੀਆਂ ਨੇ, ਬਹੁਤ ਜਲਦੀ ਗਰੋ ਕਰਦੀਆਂ। ਇਹ ਜਲਦੀ ਗਰੋ ਨਹੀਂ ਕਰਦੀਆਂ, ਹੌਲੀ ਹੌਲੀ ਗਰੋ ਕਰਦੀਆਂ। ਪਰ ਇਹਦੇ ਵਿੱਚ ਪੈਸਾ ਤੁਸੀਂ ਗਵਾਉਂਦੇ ਵੀ ਨਹੀਂ ਹੋ ਅਤੇ ਬਹੁਤ ਜਲਦੀ ਬਣਾਉਂਦੇ ਵੀ ਨਹੀਂ ਹੋ। ਅਤੇ ਕਿਉਂਕਿ ਇਹ ਡਿਵੀਡੈਂਡ ਪੇ ਕਰਦੀਆਂ, ਜਿਹੜੀਆਂ ਡਿਵੀਡੈਂਡ ਪੇ ਕਰਦੀਆਂ ਕੰਪਨੀਆਂ ਜਿਵੇਂ ਕਿ ਕੋਕਾ ਕੋਲਾ, ਜੌਨਸਨ, ਮੇਨ ਸਟਰੀਟ ਕੈਪੀਟਲ, SL ਗ੍ਰੀਨ ਜਾਂ ਹੋਰ ਜਿੰਨੀਆਂ ਵੀ ਕੰਪਨੀਆਂ, ਫਿਜ਼ਰ, ਉਹ ਕੰਪਨੀਆਂ ਜਿਹੜੀਆਂ ਸਟੇਬਲ ਕੰਪਨੀਆਂ ਉਹ ਹਮੇਸ਼ਾ ਹੌਲੀ ਹੌਲੀ ਗਰੋ ਕਰਦੀਆਂ, ਪਰ ਡਿਵੀਡੈਂਡ ਹਰ ਮਹੀਨੇ ਪੇ ਕਰਦੀਆਂ। ਕੋਈ ਕੰਪਨੀਆਂ 3 ਮਹੀਨੇ ਬਾਅਦ ਕਰਦੀਆਂ, ਕੋਈ 2 ਮਹੀਨੇ ਬਾਅਦ ਕਰਦੀਆਂ। ਇਹ ਕੰਪਨੀ ਜਿਹੜੀ ਹਰ ਮਹੀਨੇ ਪੇ ਕਰਦੀ ਆ, ਇਸ ਕਰਕੇ ਇਹਦੇ ਵਿੱਚ ਮੈਂ ਪੈਸਾ ਲਗਾਉਣ ਜਾ ਰਿਹਾ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਇਹਦੀ ਡਿਵੀਡੈਂਡ ਤੁਸੀਂ ਦੇਖ ਸਕਦੇ ਹੋ 26 ਮਾਰਚ ਨੂੰ ਆਉਣੀ ਆ। ਇਸ ਤੋਂ ਬਾਅਦ ਫਿਰ ਉਸ ਮਾਰਚ ਤੋਂ ਬਾਅਦ ਅਪ੍ਰੈਲ ਦੇ ਵਿੱਚ, ਇਸ ਤਰ੍ਹਾਂ ਹਰ ਮਹੀਨੇ ਇਸ 'ਤੇ ਤੁਸੀਂ ਡਿਟੇਲ ਲੈ ਸਕਦੇ ਹੋ। ਅਤੇ ਕੰਪਨੀ ਦੀ ਇਨਫੋਰਮੇਸ਼ਨ ਕੀ ਆ, ਮੇਨ ਸਟਰੀਟ ਕੈਪੀਟਲ ਕਾਰਪੋਰੇਸ਼ਨ ਆ, ਇਹ ਪ੍ਰਾਈਵੇਟ ਸੈਕਟਰ ਆ, ਜਿਹੜਾ ਕਿ ਲੋਅਰ ਮਿਡਲ ਮਾਰਕੀਟ ਕੰਪਨੀਜ਼ ਇਹਦੇ ਵਿੱਚ ਸਾਰੀਆਂ ਅਵੇਲੇਬਲ ਹੈਗੀਆਂ ਨੇ। ਅਤੇ ਇਹਦੇ ਵਿੱਚ ਰੈਵਨਿਊ ਹੈਗਾ 10 ਮਿਲੀਅਨ ਤੋਂ 150 ਮਿਲੀਅਨ ਦੇ ਵਿੱਚ। ਇੱਥੋਂ ਹੀ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਕੰਪਨੀ ਆ। ਅਤੇ ਇਹ 2007 ਦੀ ਬਣੀ ਹੋਈ ਹੈ, ਟੈਕਸਸ ਦੀ ਆ, ਪਰ ਇਹ ਸਾਰੀ ਡਿਟੇਲ ਇਹਦੇ ਵਿੱਚ ਹੀ ਮਿਲ ਜਾਂਦੀ ਆ। ਠੀਕ ਆ ਜੀ। ਇਹਨੂੰ 33% ਲੋਕ ਹਾਲੇ ਵੀ ਖਰੀਦ ਰਹੇ ਆ ਨਵੇਂ, ਅਤੇ ਹੋਲਡ ਇਹਨੂੰ 67% ਲੋਕ ਕਰ ਰਹੇ। ਤੁਸੀਂ ਦੇਖ ਸਕਦੇ ਹੋ ਸੈੱਲ ਇਹਨੂੰ ਵੇਚ ਕੋਈ ਵੀ ਨਹੀਂ ਰਿਹਾ, 0% ਆ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਲੋਕ ਡਿਵੀਡੈਂਡ ਦੇ ਕਰਕੇ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਹੋਲਡ ਕਰਦੇ ਆ। ਜਿਵੇਂ ਕਿ ਸਪਾਈ ਆ, ਸਪਾਈ ਇੱਕ ਅਜਿਹੀ ETF ਕਹਿ ਸਕਦੇ ਹਾਂ ਜਿਹਦੇ ਵਿੱਚ
ਇੰਨਾ ਕੁ ਪੈਸਾ ਲੱਗਾ ਹੋਇਆ ਡਿਵੀਡੈਂਡ ਦੇ ਕਰਕੇ ਵੀ। ਦੂਸਰਾ ਕਿ ਸਾਰੀ ਸਟਾਕ ਮਾਰਕੀਟ ਸਪਾਈ ਦੇ ਉੱਤੇ ਡਿਪੈਂਡ ਆ। ਸਪਾਈ ਥੱਲੇ ਜਾਂਦੀ ਹੈ ਤਾਂ ਪੂਰਾ ਟੈਕਸ ਸਿਸਟਮ ਜਿਹੜਾ ਥੱਲੇ ਚੱਲ ਜਾਂਦਾ, ਸਪਾਈ ਉੱਪਰ ਜਾਂਦੀ ਹੈ ਤਾਂ ਉੱਪਰ ਸਾਰਾ ਸਟਾਕਸ ਜਾਣ ਲੱਗ ਪੈਂਦੇ ਆ। ਇਸ ਤਰ੍ਹਾਂ ਦਾ ਸਿਸਟਮ ਆ। ਬਾਕੀ ਡਿਵੀਡੈਂਡ ਦੇ ਵਿੱਚ ਹੋਰ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਆ, ਵਧਾਉਂਦੇ ਵੀ ਆ ਇਹ 750 ਵੱਧ ਵੀ ਜਾਂਦੀ ਹੈ। ਜਿੱਦਾਂ ਜਿੱਦਾਂ ਤੁਸੀਂ ਹੋਲਡ ਕਰਦੇ ਆ ਉੱਦਾਂ ਵੱਧਦੀ ਰਹਿੰਦੀ ਆ, ਫਿਰ ਘਟਦੀ ਰਹਿੰਦੀ ਹੈ। ਸਟਾਕਸ ਦੀ ਵੈਲਿਊ ਇਸ ਵੇਲੇ ਇੱਕ ਸਟਾਕ ਬਰਾਬਰ 17 ਸੈਂਟ ਇਸ ਤਰ੍ਹਾਂ। ਤੇ ਇਹ ਦੇਖਣ ਨੂੰ ਤਾਂ ਬਹੁਤ ਥੋੜ੍ਹੇ ਲੱਗਦੇ ਆ ਕਿ 17 ਸੈਂਟ ਕੀ ਹੁੰਦੇ, ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਹੋਲਡਿੰਗ ਕੀਤੀ ਹੁੰਦੀ ਆ 1000 ਸਟਾਕਸ ਦੀ ਜਾਂ 500 ਸਟਾਕਸ ਦੀ, ਉਸ ਵੇਲੇ ਜਦੋਂ ਹਰ ਮਹੀਨੇ ਫਿਰ ਤੁਹਾਨੂੰ 200 ਜਾਂ 300 ਯੂਰੋ ਜਾਂ 150 ਯੂਰੋ ਆਉਂਦਾ ਇੱਕ ਕੰਪਨੀ ਤੋਂ ਹੀ, ਤੇ ਤੁਹਾਡੇ ਕੰਪਨੀ ਦੇ ਜਿਹੜਾ ਸਟਾਕ ਆ ਉਹਦੀ ਵੀ ਗਰੋਥ ਹੋਈ ਹੁੰਦੀ ਆ। ਦੂਸਰਾ ਤੁਹਾਡੇ ਕੋਲ ਡਿਵੀਡੈਂਡ ਆਉਂਦਾ ਤੇ ਉਹ ਗੱਲ ਹੀ ਵੱਖਰੀ ਹੁੰਦੀ ਆ। ਇਹਦਾ ਤੁਸੀਂ ਇੱਥੇ ਯੀਲਡ ਦੇਖ ਸਕਦੇ ਆ। ਯੀਲਡ ਇਹਦਾ ਮਤਲਬ ਕਿ ਇਹ ਕਿੰਨੇ ਪਰਸੈਂਟ ਸਟਾਕ ਜਿਹੜਾ ਡਿਵੀਡੈਂਡ ਦੇ ਵਿੱਚ ਦਿੰਦਾ ਆ। 6% 6.5% ਦੇ ਏੜ ਗੇੜ ਜਿਹੜਾ ਆ ਡਿਵੀਡੈਂਡ ਪੇ ਕਰਦਾ ਆ। ਤੇ ਇਹਦਾ ਤੁਸੀਂ 52 ਵੀਕਸ ਦਾ ਰੇਂਜ ਡੇ ਦੇਖ ਸਕਦੇ ਹੋ। 12.90 ਤੋਂ ਲੈ ਕੇ 33 ਯੂਰੋ ਤੱਕ ਗਿਆ ਇਹ। ਤੇ ਇਹਦੀ ਮਾਰਕੀਟ ਕੈਪ ਵੀ ਤੁਸੀਂ ਦੇਖ ਸਕਦੇ ਹੋ 2.2 ਬਿਲੀਅਨ ਦੀ ਆ। ਤੇ ਬਹੁਤ ਵਧੀਆ ਕੰਪਨੀ ਆ। ਮੈਂ ਖੁਦ ਇਹਦੇ ਵਿੱਚ ਆਪਣੇ ਪੈਸੇ ਲਗਾਵਾਂਗਾ ਇਹਦੇ ਵਿੱਚ, ਤੇ ਕਿਉਂਕਿ ਮੈਂ ਜ਼ਿਆਦਾ ਸਟਾਕ ਖਰੀਦਣੇ ਚਾਹੁੰਦਾ ਇੱਕੇ ਵਾਰੀ ਦੇ ਵਿੱਚ, ਜਿਸ ਦੇ ਨਾਲ ਮੈਨੂੰ ਇੱਕ ਮਹੀਨੇ ਦੀ ਘੱਟ ਤੋਂ ਘੱਟ 60-70 ਯੂਰੋ ਤਾਂ ਆਉਣ। ਇਸ ਕਰਕੇ ਮੈਂ ਥੋੜ੍ਹੇ ਜਿਹੇ ਪੈਸੇ ਇਕੱਠੇ ਕਰਕੇ ਹੀ ਲਾਵਾਂਗਾ। ਸਭ ਤੋਂ ਪਹਿਲੀ ਕੰਪਨੀ ਇਹ ਮੇਰੀ, ਤੇ ਦੂਸਰੀ ਕੰਪਨੀ ਅਸੀਂ ਦੇਖਦੇ ਹਾਂ ਇੱਕ ਹੋਰ, ਉਹ ਹੈਗੀ ਆ SL ਗ੍ਰੀਨ ਰਿਐਲਿਟੀ। ਇੱਕ ਵੀਕ ਦੇ ਵਿੱਚ ਥੱਲੇ ਆਈ ਕਿਉਂਕਿ ਮਾਰਕੀਟ ਬਹੁਤ ਵੋਲੇਟਾਈਲ ਚੱਲ ਰਹੀ ਆ, ਉੱਤੇ ਥੱਲੇ ਉੱਤੇ ਥੱਲੇ। ਇੱਕ ਮੰਥ ਦੇ ਵਿੱਚ 19%, ਮਤਲਬ ਕਿ 10 ਯੂਰੋ ਰੇਟ ਵੱਧ ਗਿਆ, ਤੇ ਇੱਕ ਸਾਲ ਦੇ ਵਿੱਚ 13% ਇਹ ਉੱਪਰ ਗਈ ਆ, ਤੇ ਮੈਕਸ ਦੇ ਵਿੱਚ 17%। ਕੰਪਨੀਆਂ ਇਹ ਗਰੋ ਕਰਦੀਆਂ ਸਲੋਲੀ ਪਰ ਡਿਵੀਡੈਂਡ ਪੇ ਕਰਦੀਆਂ। ਤੁਸੀਂ ਦੇਖ ਸਕਦੇ ਹੋ ਹੁਣ ਇਹ 25 ਸੈਂਟ ਦਿੰਦੀ ਆ ਇੱਕ ਸ਼ੇਅਰ ਦਾ, ਤੇ ਜਨਵਰੀ ਦੇ ਵਿੱਚ 1 ਯੂਰੋ 70 ਸੈਂਟ ਇੱਕ ਸਟਾਕ ਦੇ ਦਿੱਤੇ ਆ। 26 ਸੈਂਟ 25 ਸੈਂਟ ਤੇ ਵੱਧਦਾ ਵੀ ਆ ਘਟਦਾ ਵੀ ਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ, ਜੇ ਤੁਸੀਂ 100 ਇਹਦਾ ਸਟਾਕ ਹੋਲਡ ਕੀਤਾ ਹੋਇਆ ਤੇ ਜੇ 1 ਯੂਰੋ 70 ਸੈਂਟ ਦੇ ਹਿਸਾਬ ਨਾਲ ਆਵੇ ਤਾਂ ਤੁਹਾਨੂੰ 170-80 ਯੂਰੋ ਇੱਕ ਮਹੀਨੇ ਦੇ ਆਉਣਗੇ। ਉਸ ਤੋਂ ਬਾਅਦ 25 ਸੈਂਟ ਆ ਤੇ ਉਹਦੇ ਹਿਸਾਬ ਨਾਲ ਘਟ ਸਕਦੇ ਆ, 25-30 ਯੂਰੋ ਹੋ ਸਕਦੇ। ਪਰ ਜਦੋਂ ਤੁਸੀਂ 2-3 ਕੰਪਨੀਆਂ ਇਸ ਤਰ੍ਹਾਂ ਦੀਆਂ ਆਪਣੇ ਪੋਰਟਫੋਲੀਓ 'ਚ ਰੱਖੀ ਹੋ ਆ, ਇਹਦੇ ਨਾਲ ਤੁਹਾਨੂੰ ਹਰ ਮਹੀਨੇ ਇਨਕਮ ਆਉਂਦੀ ਆ, ਤੇ ਤੁਹਾਡਾ ਹਰ ਮਹੀਨੇ ਗਰੋਥ ਵੀ ਹੁੰਦੀ ਹੈ ਸਟਾਕ ਦੀ, ਤੇ ਤੁਹਾਨੂੰ ਡਿਵੀਡੈਂਡ ਦੇ ਰੂਪ ਦੇ ਵਿੱਚ ਪੈਸਿਵ ਇਨਕਮ ਵੀ ਆਉਂਦੀ ਹੈ, ਜਿਸ ਦੇ ਨਾਲ ਤੁਸੀਂ ਆਪਣਾ ਹੋਰ ਸਟਾਕ ਖਰੀਦ ਕੇ ਉਹਦੇ ਵਿੱਚ ਗਰੋ ਕਰ ਸਕਦੇ ਹੋ। ਇਸ ਤਰ੍ਹਾਂ ਹਮੇਸ਼ਾ ਤੁਸੀਂ ਆਪਣਾ ਪੋਰਟਫੋਲੀਓ ਇਸ ਤਰ੍ਹਾਂ ਦਾ ਰੱਖਣਾ ਕਿ 2-3 ਟੈਕ ਦੀਆਂ ਕੰਪਨੀਆਂ, 2-3 ਤੁਸੀਂ ਹੈਲਥ ਸੈਂਟਰ ਦੀਆਂ, 2-3 ਡਿਵੀਡੈਂਡ ਕੰਪਨੀਆਂ, 2-3 ETFs। ਇਸ ਦੇ ਨਾਲ ਇਹ ਹੁੰਦਾ ਕਿ ਇੱਕ ਸੈਕਟਰ ਦੇ ਵਿੱਚ ਕਿਤੇ ਕੰਪਨੀਆਂ ਉੱਤੇ ਥੱਲੇ ਚੱਲਦੀਆਂ, ਦੂਸਰੇ ਸੈਕਟਰ ਦੇ ਵਿੱਚ ਪਲੱਸ ਚੱਲ ਜਾਂਦੀਆਂ। ਇਸ ਤਰ੍ਹਾਂ ਕਦੀ ਵੀ ਤੁਹਾਡਾ ਮਾਈਨਸ ਦੇ ਵਿੱਚ ਜ਼ਿਆਦਾ ਲਾਸ ਹੋਣ ਦਾ ਵੀ ਨਹੀਂ ਚਾਂਸ ਰਹਿੰਦਾ, ਤੇ ਕੰਪਨੀਆਂ ਮਾਈਨਸ ਦੇ ਵਿੱਚ ਜਦੋਂ ਜਾਂਦੀਆਂ ਤੇ ਤੁਹਾਡਾ ਪੋਰਟਫੋਲੀਓ ਵੀ ਜ਼ਿਆਦਾ ਮਾਈਨਸ ਦੇ ਵਿੱਚ ਨਹੀਂ ਜਾਂਦਾ। ਉਹਦੇ ਨਾਲ ਕੋਈ ਹਾਈ ਰਿਸਕ ਨਹੀਂ ਪੈਂਦਾ ਤੁਹਾਡੇ ਪੋਰਟਫੋਲੀਓ ਨੂੰ। ਜਿਵੇਂ ਕਿ ਮੇਰੇ ਕੋਲ ਪੋਰਟਫੋਲੀਓ ਦੇ ਵਿੱਚ ਡੇ ਟ੍ਰੇਡਿੰਗ ਦੇ ਲਈ ਕੰਪਨੀਆਂ ਵੀ ਨੇ, ਤੇ ਉਸ ਤੋਂ ਬਾਅਦ ਮੇਰੇ ਕੋਲ ਕ੍ਰਿਪਟੋ ਕਰੰਸੀ ਆ, ਬਿਟਕੋਇਨ ਆ, ਅਥੀਰੀਅਮ ਆ, ਕਾਰਡਾਨੋ ਆ, ਤੇ ਉਸ ਤੋਂ ਬਾਅਦ ਟੈਸਲਾ ਟੈਕ ਦੀਆਂ ਕੰਪਨੀਆਂ, ਟੈਸਲਾ, ਐਪਲ ਆ। ਉਸ ਤੋਂ ਬਾਅਦ ਜਿਹੜੀਆਂ ਹੋਰ ਸੌਫਟਵੇਅਰ ਕੰਪਨੀਆਂ, ਪੈਲਾਤਰੀਨ ਆ, ਪਾਵਰ ਪਲੱਗ ਆ। ਉਸ ਤੋਂ ਬਾਅਦ EV ਵਾਹੀਕਲ ਨੀਓ ਆ। ਇਸ ਤਰ੍ਹਾਂ ਮੈਂ ਸਾਰਾ ਹੀ ਪੋਰਟਫੋਲੀਓ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਹੋਇਆ, ਜਿਸ ਦੇ ਵਿੱਚ ਕਾਫੀ ਹੱਦ ਤੱਕ ETF ਵੀ ਹੈਗੇ ਆ, ਕਾਫੀ ਹੱਦ ਤੱਕ ਕ੍ਰਿਪਟੋ ਕਰੰਸੀ ਵੀ ਹੈਗੀ ਆ, ਕਾਫੀ ਹੱਦ ਤੱਕ ਇਕੱਲੇ ਸਟਾਕਸ ਵੀ ਹੈਗੇ ਆ, ਜਿਸ ਦੇ ਨਾਲ ਮੇਰੇ ਪੋਰਟਫੋਲੀਓ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ। ਜੇ ਕੋਈ ਕੰਪਨੀਆਂ ਜਿਵੇਂ ਕਿ ਮਾਰਕੀਟ ਲਾਸਟ ਮੰਥ ਦੇ ਵਿੱਚ ਬਹੁਤ ਉੱਤੇ ਥੱਲੇ ਗਈ, ਉਸ ਦੇ ਨਾਲ ਮੇਰੇ ਸਟਾਕਸ ਦੇ ਵਿੱਚ ਕਾਫੀ ਇਫੈਕਟ ਪਿਆ, ਪਰ ETFs ਦੇ ਵਿੱਚ ਬਹੁਤ ਘੱਟ ਇਫੈਕਟ ਪਿਆ। ਕ੍ਰਿਪਟੋ ਕਰੰਸੀ ਕਾਫੀ ਹਾਈ ਲੈਵਲ 'ਤੇ ਚੱਲ ਰਹੀ ਹੈ, ਜਿਸ ਦੇ ਨਾਲ ਪ੍ਰੋਫਿਟ ਹੁੰਦਾ ਗਿਆ ਇੱਕ ਸਾਈਡ, ਲੋਸ ਹੁੰਦਾ ਗਿਆ, ਥੋੜ੍ਹੇ ਜਿਹੇ ਸਟਾਕਸ ਥੱਲੇ ਗਏ। ਪਰ ਜਦੋਂ ਅਪ ਟ੍ਰੈਂਡ ਹੋਇਆ ਤੇ ਫਿਰ ਮੇਰਾ ਪੋਰਟਫੋਲੀਓ ਬਹੁਤ ਵਧੀਆ ਪੋਜੀਸ਼ਨ 'ਤੇ ਆ ਗਿਆ, ਤੇ ਮੈਨੂੰ ਘਾਟਾ ਕੋਈ ਨਹੀਂ ਉਹਦੇ ਵਿੱਚ ਪਿਆ, ਕਿਉਂਕਿ ਲੌਂਗ ਟਰਮ ਲਈ ਹੋਲਡਿੰਗ ਆ। ਜਿਹੜੀ ਮੈਂ ਡੇ ਟ੍ਰੇਡਿੰਗ ਜਾਂ ਸਵਿੰਗ ਟ੍ਰੇਡਿੰਗ ਕਰਦਾ, ਉਹਦੇ ਵਿੱਚ ਮੈਂ ਪ੍ਰੋਫਿਟ ਕੱਢ ਕੇ ਸਟਾਕ ਵੇਚ ਦਿੰਦਾ। ਜਦੋਂ ਦੁਬਾਰਾ ਥੱਲੇ ਥੋੜ੍ਹੇ ਜਿਹੇ ਆਉਂਦੇ ਆ ਫਿਰ ਖਰੀਦ ਕੇ ਫਿਰ ਵੇਚ ਦਿੰਦਾ। ਇਹਦੇ ਬਾਰੇ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ। USA ਦੀ ਆ, ਰੀਅਲ ਸਟੇਟ ਦੇ ਵਿੱਚ ਆ ਇਹ ਕੰਪਨੀ, ਤੇ ਇਹ SP 500 ਦੇ ਵਿੱਚ ਵੀ ਆ। SP 500 ਦੇ ਵਿੱਚ 500 ਵੱਡੀਆਂ ਕੰਪਨੀਆਂ ਦੁਨੀਆ ਦੀਆਂ, ਤੇ ਇਹਦੇ ਤੌਰ 'ਤੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਹੜੀ SP 500 ਆ, ਜੇ ਮਾਈਨਸ ਦੇ ਵਿੱਚ ਜਾਂਦੀ ਹੈ ਤੇ ਕਾਫੀ ਸਟਾਕਸ ਜਿਹੜੇ ਮਾਈਨਸ ਦੇ ਵਿੱਚ ਜਾਣ ਲੱਗ ਪੈਂਦੇ ਆ। ਜੇ SP 500 ਪਲੱਸ ਦੇ ਵਿੱਚ ਜਾਂਦੀ ਹੈ ਤੇ ਬਹੁਤ ਸਾਰੇ ਸਟਾਕਸ ਪਲੱਸ ਦੇ ਵਿੱਚ ਜਾਣ ਲੱਗ ਪੈਂਦੇ ਆ। ਮਤਲਬ ਕਿ
ਕਾਫੀ ਹੱਦ ਤੱਕ ਮਾਰਕੀਟ SP500 ਤੇ ਡਿਪੈਂਡ ਆ, ਡਾਓ ਫਿਊਚਰ ਤੇ ਡਿਪੈਂਡ ਆ ਤੇ ਰਸਲ ਤੇ ਡਿਪੈਂਡ ਆ। ਇਸ ਤਰ੍ਹਾਂ ਇਹ ਕੰਪਨੀ ਵੀ ਬਹੁਤ ਟੌਪ ਦੀ ਕੰਪਨੀ ਆ ਤੇ 31 ਦਸੰਬਰ 2020 ਦੇ ਵਿੱਚ ਇਹਦਾ ਇੰਟਰਸਟ ਜਿਹੜਾ ਆ 88 ਬਿਲਡਿੰਗ ਟੋਟਲ ਹੈ ਜਿਹੜੀ ਆ 38.2 ਮਿਲੀਅਨ ਸਕੁਅਰ ਫੀਟ ਦੀ ਹੋ ਗਈ ਆ ਤੇ ਉਸ ਦੇ ਬਾਰੇ ਤੁਸੀਂ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਲੈ ਸਕਦੇ ਆ। ਤੇ ਇਹਦੀ ਐਨੂਅਲ ਜਿਹੜੀ ਆ ਮੀਟਿੰਗ ਆ ਉਹ 27 ਮਈ ਦੀ ਆ। ਇਹਨੂੰ ਵੀ 18% ਲੋਕ ਨਵੇਂ ਖਰੀਦ ਰਹੇ ਆ ਤੇ ਹੋਲਡ ਤੁਸੀਂ ਦੇਖ ਸਕਦੇ ਆ 76% ਤੇ ਸੈਲ ਲੋਕੀ ਸਿਰਫ 6% ਕਰ ਰਹੇ। ਉਹ ਵੀ ਲੋਕੀ ਉਹ ਕਰਦੇ ਹੋਣੇ ਜਿਨ੍ਹਾਂ ਨੇ ਜਿਸ ਤਰ੍ਹਾਂ ਕਿ ਥੋੜੇ ਲੋਕ ਪੈਸੇ ਬਣਾ ਲੈਂਦੇ ਆ, ਉਹ ਵੇਚ ਦਿੰਦੇ ਆ, ਉਸ ਤੋਂ ਬਾਅਦ ਨਵੇਂ ਖਰੀਦਦੇ ਆ ਜਾਂ ਹੋਰ ਕਿਸੇ ਸਟਾਕ ਦੇ ਵਿੱਚ ਚਲ ਜਾਂਦੇ ਆ ਜਾਂ ਹੋਰ ਕੋਈ ਕੰਪਨੀ ਲੱਭ ਲੈਂਦੀ ਆ ਜਿਹੜੀ ਕਿ ਜ਼ਿਆਦਾ ਯੀਲਡ ਪੇ ਕਰਦੀ ਆ। ਇਹਦੀ ਦੇਖਦੇ ਆ ਆਪਾਂ, ਇਹਦੀ ਯੀਲਡ ਹੈਗੀ ਆ 4.92, 5% ਦੇ ਇਰਦ ਗਿਰਦ ਇਹ ਪੇ ਕਰਦੀ ਆ। ਜਿਹੜੀ ਲਾਸਟ ਸੀਗੀ ਉਹ 7% ਦੇ ਇਰਦ ਗਿਰਦ, ਇਹ 5% ਦੇ ਇਰਦ ਗਿਰਦ ਤੇ ਇਹਦੀ ਮਾਰਕੀਟ ਕੈਪ ਹੈਗੀ ਆ 4.3 ਬਿਲੀਅਨ ਦੀ ਤੇ ਇਹਦਾ 52 ਡੇ ਰੇਂਜ ਹੈਗੀ ਆ 48 ਯੂਰੋ ਤੋਂ ਲੈ ਕੇ 65 ਯੂਰੋ ਤੱਕ ਗਈ ਹੋਈ ਆ ਤੇ ਬਹੁਤ ਵਧੀਆ ਕੰਪਨੀ ਹੈ। ਦੋਨੇ ਕੰਪਨੀਆਂ ਦੇ ਵਿੱਚ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਪੈਸੇ ਵੀ ਇਨਕਮ ਦੇ ਲਈ ਇਨਵੈਸਟ ਕਰਾਂਗਾ। ਇਸ ਤੋਂ ਮੈਨੂੰ ਜਿੰਨੇ ਵੀ ਪੈਸੇ ਆਉਣਗੇ ਮੰਥਲੀ 100 ਯੂਰੋ 200 ਯੂਰੋ ਦੋਨਾਂ ਕੰਪਨੀਆਂ ਤੋਂ ਰਲਾ ਕੇ ਟੈਕਸ ਕੱਟ ਹੋ ਕੇ ਤੇ ਉਸ ਨੂੰ ਮੈਂ ਹੋਰ ਪਾਸੇ ਯੂਜ਼ ਕਰਾਂਗਾ। ਬਹੁਤ ਵਧੀਆ ਪੈਸੇ ਵੀ ਇਨਕਮ ਲਈ ਇਹ ਸਾਧਨ ਬਣ ਸਕਦਾ ਜੇ ਤੁਸੀਂ 2-3 ਹਜ਼ਾਰ ਯੂਰੋ 4,000 ਯੂਰੋ ਇਹ ਦੋ ਕੰਪਨੀਆਂ ਦੇ ਵਿੱਚ ਇਨਵੈਸਟ ਕਰਦੇ ਹੋ। ਇੱਕ ਤਾਂ ਤੁਹਾਡਾ ਰਿਸਕ ਘੱਟ ਜਾਂਦਾ, ਤੁਹਾਡੇ ਪੈਸੇ ਲਾਸ ਦੇ ਵਿੱਚ ਨਹੀਂ ਹੁੰਦੇ, ਇਹ ਕੰਪਨੀਆਂ ਬਹੁਤ ਘੱਟ ਰਿਸਕ ਦੇ ਵਿੱਚ ਚੱਲਦੀਆਂ ਤੇ ਦੂਸਰਾ ਤੁਹਾਨੂੰ ਹਰ ਮਹੀਨੇ ਕੁਛ ਨਾ ਕੁਛ ਇਨਕਮ ਆਉਂਦੀ ਹੈ। ਤੀਸਰਾ ਜਦੋਂ ਤੁਸੀਂ ਕੋਈ ETF ਲੈ ਲੈਂਦੇ ਹੋ ਉਸ ਦੇ ਨਾਲ ਤੁਹਾਡਾ ਪੋਰਟਫੋਲੀਓ ਬਹੁਤ ਵਧੀਆ ਬਣ ਜਾਂਦਾ। ਉਸ ਤੋਂ ਬਾਅਦ 1-2 ਸਟਾਕਸ ਤੁਸੀਂ ਨਾਲ ਰਲਾ ਸਕਦੇ ਹੋ ਜਿਹੜੇ ਹਾਈ ਗਰੋਥ ਦੇ ਨੇ, ਜਿਹੜੀਆਂ ਕੰਪਨੀਆਂ ਜਲਦੀ ਗਰੋ ਕਰਦੀਆਂ। ਉਸ ਤੋਂ ਬਾਅਦ ਇੱਕ ਹੋਰ ਹੋ ਸਕਦਾ ਤੁਸੀਂ ਬਿਟਕੋਇਨ ਵਗੈਰਾ ਜਾਂ ਅਥੀਰੀਅਮ ਜਾਂ ਹੋਰ ਜਿਹੜੀ ਕੋਇਨਸ ਚੱਲਦੇ ਨੇ ਉਹਨਾਂ ਨੂੰ ਤੁਸੀਂ ਚੂਜ਼ ਕਰ ਸਕਦੇ ਹੋ ਜਿਹੜਾ ਤੁਹਾਨੂੰ ਠੀਕ ਲੱਗਦਾ। ਪਰ ਆਪਣੀ ਰਿਸਰਚ ਆਪ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਕੰਪਨੀ 'ਚ ਪੈਸਾ ਲਗਾਉਣਾ ਚਾਹੁੰਦੇ ਆ। ਇਹ ਮੇਰੀਆਂ 2 ਫੇਵਰਟ ਕੰਪਨੀਆਂ ਡਿਵੀਡੈਂਡ ਦੇ ਲਈ ਜਿਹੜੀਆਂ ਦੇ ਵਿੱਚ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਆਪ ਖੁਦ ਇਨਵੈਸਟ ਕਰਾਂਗਾ ਤੇ ਤੁਸੀਂ ਆਪਣੀ ਰਿਸਰਚ ਆਪ ਕਰਿਓ, ਆਪ ਕੰਪਨੀਆਂ ਦੇ ਬਾਰੇ ਦੇਖਿਓ ਜਿਨ੍ਹਾਂ ਦੇ ਵਿੱਚ ਤੁਸੀਂ ਹੋਰ ਡਿਵੀਡੈਂਡ ਪੇ ਕਰਦੀਆਂ ਉਹਨਾਂ ਦੇ ਬਾਰੇ ਵੀ ਰਿਸਰਚ ਕਰ ਸਕਦੇ ਹੋ। ਆਈ ਹੋਪ ਤੁਹਾਡੇ ਲਈ ਵੀਡੀਓ ਵਧੀਆ ਹੋਏਗੀ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਲਾਈਕ ਸ਼ੇਅਰ ਜਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਦੇ ਨਾਲ ਤੁਹਾਡੇ ਲਈ ਨੋਟੀਫਿਕੇਸ਼ਨ ਹਮੇਸ਼ਾ ਆ ਜਾਵੇ ਮੇਰੀ ਵੀਡੀਓ ਦਾ ਤੇ ਅੱਗੇ ਤੋਂ ਅੱਗੇ ਨਵੀਆਂ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ। ਅਗਲੀਆਂ ਵੀਡੀਓਜ਼ ਰੈਡੀ ਕਰ ਰਿਹਾ ਐਮਾਜ਼ੋਨ ਦੇ ਨਾਲ ਕੰਮ ਕਿਵੇਂ ਕਰ ਸਕਦੇ ਹੋ, ਈਬੇ ਦੇ ਨਾਲ ਕੰਮ ਕਿਵੇਂ ਕਰ ਸਕਦੇ ਹੋ, ਜਿਹੜਾ ਸ਼ੋਪੀਫਾਈ ਸਟੋਰ ਮੈਂ ਚਲਾ ਰਿਹਾ ਸੀ ਉਸ ਦੀ ਮੈਂ ਇਨਕਮ ਦੱਸਾਂਗਾ ਆਉਣ ਵਾਲੇ ਵੀਡੀਓਜ਼ ਦੇ ਵਿੱਚ ਕਿ ਕਿੰਨੇ ਮੈਨੂੰ ਇਨਕਮ ਹੋਈ ਆ ਜਾਂ ਜੋ ਵੀ ਮੇਰੇ ਸਾਧਨ ਨੇ ਜਿਨ੍ਹਾਂ ਤੋਂ ਮੈਂ ਪੈਸੇ ਬਣਾ ਰਿਹਾ। ਤੁਸੀਂ ਵੀ ਇਸ ਤਰ੍ਹਾਂ ਸਟਾਰਟ ਕਰ ਸਕਦੇ ਹੋ, ਸਲੋਲੀ ਸਟਾਰਟ ਕਰਕੇ ਅੱਗੇ ਤੋਂ ਅੱਗੇ ਤੁਸੀਂ ਪੈਸਾ ਆਪਣਾ ਗਰੋ ਕਰ ਸਕਦੇ ਹੋ। ਆਈ ਹੋਪ ਤੁਸੀਂ ਇੰਜੋਏ ਕੀਤਾ ਹੋਵੇਗਾ ਵੀਡੀਓ ਨੂੰ। ਦੇਖਣ ਦੇ ਲਈ ਧੰਨਵਾਦ।